ਇਸੇ ਤਰੀਕੇ ਦੇ ਨਾਲ ਸਾਡੇ ਵਰਗੇ ਕਿ ਬਾਹਰੋਂ ਹੀ ਜੁੜੇ ਹੋਏ ਆ, ਸਿਰਫ ਬਾਹਰੋਂ ਹੀ ਜੁੜੇ ਹੋਏ। ਗੁਰੂ ਦੀ ਗੱਲ ਸੁਣਦੇ ਹੀ ਨਹੀਂ ਅਸੀਂ, ਗੁਰੂ ਸਾਹਿਬ ਕੋਲ ਬੈਠਦੇ ਹੀ ਨਹੀਂ ਅਸੀਂ। ਹਾਂ ਰੁਮਾਲਾ ਅਸੀਂ 50,000 ਦਾ ਵੀ ਦੇ ਦੇਵਾਂਗੇ, ਕੋਈ ਗੱਲ ਨਹੀਂ। ਗੁਰੂ ਘਰ ਦੀ ਸੇਵਾ ਵਾਸਤੇ ਅਸੀਂ ਸਾਰੇ ਪੱਖੇ ਸਾਡੇ ਵੱਲੋਂ, ਚੰਗੀ ਗੱਲ ਹੈ, ਪਰ ਜੇ ਭਾਵਨਾ ਨਾਲ ਹੋਵੇ ਤਾਂ। ਪਰ ਗੱਲ ਉੱਥੇ ਮੁੱਕਣੀ ਹੈ ਜਦ ਗੁਰੂ ਸਾਹਿਬ ਦੀ ਗੋਦ ਵਿੱਚ ਬੈਠ ਕੇ ਅਸੀਂ ਬਾਣੀ ਪੜਾਂਗੇ, ਉਹਨਾਂ ਦੀ ਗੱਲ ਸੁਣਾਂਗੇ, ਫਿਰ ਉਹਨੂੰ ਮੰਨਾਂਗੇ ਵੀ। ਹਜ਼ੂਰ ਕਹਿਣ ਲੱਗੇ ਜਿਹਨੂੰ ਗੁਰੂ ਦੀ ਸੇਵਾ ਇਹ ਚੰਗੀ ਉਹ ਨਹੀਂ ਲੱਗਦੀ, ਮੈਂ ਤੇ ਭਾਈ ਉਹਨੂੰ ਚੋਰ ਕਹਿੰਦਾ। ਗੁਰ ਸੇਵ ਨਾ ਭਾਈ ਸੇ ਚੋਰ ਚੋਰ। ਸਤਿਗੁਰ ਕਹਿੰਦੇ ਇੱਕ ਬਚਨ ਹੋਰ ਸੁਣ, ਤੇ ਤਸਕਰ ਜੋ ਨਾਮ ਨਾ ਲੇਵੈ। ਤਸਕਰ ਵੀ ਚੋਰ ਨੂੰ ਕਹਿੰਦੇ, ਤਸਕਰੀ ਕਰਨ ਵਾਲੇ। ਚੋਰ ਦਾ ਕੰਮ ਭਲਾ ਕੀ ਹੁੰਦਾ? ਉਹਨੇ ਕਿਸੇ ਦੀ ਚੀਜ਼ ਚੁੱਕਣੀ ਹੈ, ਮੁੜ ਕੇ ਉਹਦਾ ਨਾਮ ਨਹੀਂ ਲੈਣਾ, ਆਪਣਾ ਹੀ ਨਾਮ ਲੈਣਾ ਤੇ ਮੇਰੀ ਹੈ। ਇਹੀ ਗੱਲ ਹੈ ਨਾ। ਹਜ਼ੂਰ ਕਹਿਣ ਲੱਗੇ ਇਸੇ ਤਰ੍ਹਾਂ ਹੀ ਜਿਹੜਾ ਮਨੁੱਖ ਇਸ ਸੰਸਾਰ ਵਿੱਚ ਆ ਗਿਆ, ਵੀ ਕੋਈ ਜਿਉ ਵੀ ਰੱਬ ਦਾ ਦਿੱਤਾ ਹੋਇਆ, ਆਹ ਪਿੰਡ ਵੀ ਰੱਬ ਦਾ ਦਿੱਤਾ ਹੋਇਆ। ਪਿੰਡ ਮੈਨੇ ਸਰੀਰ ਸਭ ਕੁਝ ਉਸਦਾ ਹੀ, ਆਹ ਕੰਨ ਨੱਕ ਸਭ ਕੁਝ ਉਹਦੇ ਹੀ ਦਿੱਤੇ ਹੋਏ। ਜਿਨ ਕੰਨ ਕੀਤੇ ਅੱਖੀ ਨਾਕ ਅਸੀਂ ਪੜ੍ਹਦੇ ਹਾਂ, ਸਭ ਕੁਝ ਉਹਦਾ ਹੀ ਦਿੱਤਾ ਹੋਇਆ। ਆਹ ਧਰਤੀ ਉਹਦੀ ਦਿੱਤੀ ਹੋਈ ਹੈ, ਸੂਰਜ ਉਸ ਦਾ ਦਿੱਤਾ ਹੋਇਆ ਹੈ, ਹਵਾ ਉਸ ਦੀ ਦਿੱਤੀ ਹੋਈ ਹੈ। ਰਾਤੀ ਰੁੱਤੀ ਛਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਉਹਦੀ ਬਖਸ਼ਿਸ਼ ਹੀ ਹੈ ਨਾ। ਸਭ ਕੁਝ ਉਹਦੇ ਕੋਲ ਲੈ ਕੇ ਅਸੀਂ ਉਹਦਾ ਨਾਮ ਹੀ ਨਹੀਂ ਲੈਂਦੇ, ਅਸੀਂ ਕਹਿੰਦੇ ਮੇਰੀ ਹੈ। ਹੁਣੇ ਪਾਵਨ ਬਚਨ ਸਾਂਝੇ ਕਾਰੇ ਸਨ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਮੇਰੀ ਮੇਰੀ ਕਰਤੇ ਜਨਮ ਗਇਓ। ਇਸੇ ਮੇਰੀ ਮੇਰੀ ਵਿੱਚ ਹੀ ਜਨਮ ਬਤੀਤ ਹੋ ਗਿਆ। ਬਸ ਆ ਵੀ ਮੇਰਾ, ਉਹ ਵੀ ਮੇਰਾ, ਆ ਵੀ ਮੇਰੀ, ਉਹ ਵੀ ਮੇਰੀ। ਕਦੇ ਤੂੰ ਨਿਕਲਿਆ ਹੀ ਨਹੀਂ ਮੂੰਹ ਚੋਂ, ਕਦੇ ਸਭ ਕੁਝ ਤੇਰਾ, ਇਹ ਮੂੰਹ ਚੋਂ ਨਿਕਲਿਆ ਹੀ ਕੋਈ ਨਹੀਂ। ਯਾਦ ਰੱਖਣਾ, ਜਿਨ੍ਹਾਂ ਦੇ ਜੀਵਨ ਦੇ ਵਿੱਚ ਆਹੀ ਕੁਛ ਰਿਹਾ, ਜਿਨ੍ਹਾਂ ਨੇ ਪੂਰੀ ਜ਼ਿੰਦਗੀ ਆਪਣਾ ਨਾਮ ਜਪਾਉਣ ਦਾ ਤਾਂ ਯਤਨ ਕੀਤਾ, ਮੈਂ ਆਪਣਾ ਨਾਮ ਰੋਸ਼ਨ ਕਰਨਾ ਹੈ, ਮੇਰੇ ਨਾਮ ਦੇ ਬੋਰਡ ਲੱਗ ਜਾਣ, ਪਰ ਜੀਵਨ ਵਿੱਚ ਰੱਬ ਦਾ ਨਾਮ ਨਹੀਂ ਹੈ, ਉਹਦੇ ਗੁਣ ਨਹੀਂ ਹੈ, ਉਹਦਾ ਸ਼ੁਕਰਾਨਾ ਨਹੀਂ ਹੈ। ਇਹ ਗੱਲ ਹੋਰ ਚੇਤੇ ਰੱਖਣਾ। ਸਾਡਾ ਨਾਮ ਤੇ ਸਾਡੇ ਵੱਡੇ ਵਡੇਰਿਆਂ ਨੇ ਰੱਖ ਦਿੱਤਾ, ਔਰ ਆਪਾਂ ਕਈਆਂ ਨੇ ਨਾਮ ਵੀ ਫੇਲ ਕਰ ਲਿਆ। ਨਾਂ ਰੱਖਿਆ ਸੀ ਵੱਡੇ ਵਡੇਰਿਆਂ ਨੇ ਗੁਰਪ੍ਰੀਤ ਸਿੰਘ ਜਾਂ ਗੁਰਪ੍ਰੀਤ ਕੌਰ, ਤੇ ਅਸੀਂ ਵੱਡੇ ਹੋ ਕੇ ਗੁਰੂ ਨੂੰ ਪ੍ਰੀਤ ਰੱਖੀ ਨਹੀਂ। ਵੱਡੇ ਤੇ ਚਾਹੁੰਦੇ ਸਨ ਵੀ ਨਾਂ ਇਸੇ ਕਰਕੇ ਰੱਖਿਆ ਵੀ ਇਹਦੀ ਗੁਰੂ ਨਾਲ ਪ੍ਰੀਤ ਬਣ ਜਾਏ, ਪਰ ਅਸੀਂ ਨਾਮ ਹੀ ਨਹੀਂ ਸਫਲਾ ਕਰ ਸਕੇ। ਕਈ ਤਾਂ ਪਾਸੇ ਹੋ ਗਏ। ਨਾਮ ਰੱਖਿਆ ਸੀ ਹਰ ਜਸ ਕੌਰ, ਤਾਂ ਕਿ ਹਰੀ ਦਾ ਜਸ ਦੇ ਜੀਵਨ ਵਿੱਚ ਆਵੇ, ਪਰ ਕਈ ਸਾਡੇ ਵਰਗਿਆਂ ਨੇ ਵੱਡੇ ਹੋ ਕੇ ਹਰੀ ਜਸ ਤਾਂ ਛੱਡ ਹੀ ਦਿੱਤਾ। ਅਸੀਂ ਨਾਮ ਆਪਣਾ ਖਰਾਬ ਕਰ ਲਿਆ ਕਈਆਂ ਨੇ। ਪਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਕਿਹੜਾ ਹੈ? ਇਹ ਤੇ ਗੁਣੀ ਗਿਆਨੀਆਂ ਨੇ ਰੱਬ ਦੇ ਗੁਣਾਂ ਨੂੰ ਮਹਿਸੂਸ ਕੀਤਾ ਤੇ ਉਹ ਗੁਣਾਂ ਦੇ ਨਾਲ ਰੱਬ ਨੂੰ ਬੁਲਾਉਣ ਲੱਗ ਪਏ। ਜਿਵੇਂ ਤੁਸੀਂ ਵੇਖੋ ਵੀ ਤੁਸੀਂ ਹਸਪੀਟਲ ਵਿੱਚ ਗਏ ਹੈ, ਉੱਥੇ ਇੱਕ ਮਨੁੱਖ ਚਿੱਟਾ ਕੋਟ ਪਾਇਆ, ਗਲ ਵਿੱਚ ਸਟੈਥੋਸਕੋਪ ਪਾਇਆ ਹੋਇਆ, ਧੜਕਣ ਚੈੱਕ ਕਰਨ ਵਾਲਾ ਮੀਟਰ। ਤੁਸੀਂ ਉਹਨੂੰ ਆਵਾਜ਼ ਮਾਰਨੀ ਹੈ, ਕਿਵੇਂ ਮਾਰੋਗੇ? ਕਹੋਗੇ ਡਾਕਟਰ ਸਾਹਿਬ, ਇਹ ਕਹੋਗੇ ਨਾ, ਇਹ ਉਹਦਾ ਨਾਂ ਨਹੀਂ ਹੈ, ਇਹ ਉਹਦਾ ਗੁਣ ਹੈ, ਇਹ ਉਹਦਾ ਗੁਣ ਹੈ। ਇਸੇ ਤਰੀਕੇ ਨਾਲ ਕੋਈ ਦੁਕਾਨ ਤੇ ਬੈਠਾ, ਮਠਿਆਈਆਂ ਦੀ ਦੁਕਾਨ ਤੇ, ਤੁਸੀਂ ਉਹਨੂੰ ਕੀ ਕਹੋਗੇ? ਹਲਵਾਈ ਜੀ। ਹਲਵਾਈ ਉਹਦਾ ਨਾਮ ਨਹੀਂ ਹੈ, ਉਹਦਾ ਗੁਣ ਹੈ। ਇਸੇ ਤਰੀਕੇ ਨਾਲ ਵਕੀਲ ਸਾਹਿਬ, ਇਹ ਉਹਦਾ ਗੁਣ ਹੈ। ਇਸੇ ਤਰੀਕੇ ਨਾਲ ਭਲਵਾਨ ਜੀ, ਇਹ ਉਹਦਾ ਗੁਣ ਹੈ। ਹੁਣ ਰੱਬ ਦੇ ਗੁਣ ਵੇਖੇ ਤੇ ਗੁਣ ਵੇਖ ਕੇ ਉਹਨੂੰ ਆਵਾਜ਼ ਮਾਰੀ, ਦੀਨ ਬੰਧੂ, ਉਹ ਦੀਨਾਂ ਦਾ ਮਿੱਤਰ ਹੈ। ਗੋਪਾਲ, ਧਰਤੀ ਨੂੰ ਪਾਲਣ ਵਾਲਾ, ਗੋ ਧਰਤੀ ਨੂੰ ਕਹਿੰਦੇ ਨੇ। ਹੁਣ ਰੱਬ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਦਾ ਮਤਲਬ ਫਿਰ ਕੀ ਹੋਇਆ? ਰੱਬ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ। ਰੱਬ ਦੇ ਨਾਮ ਨੂੰ ਜਪਣ ਦਾ ਕੀ ਮਤਲਬ ਹੋਇਆ? ਰੱਬ ਦੇ ਗੁਣਾਂ ਨੂੰ ਜਪਣਾ। ਰੱਬ ਦੇ ਨਾਮ ਨੂੰ ਯਾਦ ਰੱਖਣ ਦਾ ਕੀ ਮਤਲਬ ਹੋਇਆ? ਰੱਬ ਦੇ ਗੁਣਾਂ ਨੂੰ ਯਾਦ ਰੱਖਣਾ ਤੇ ਉਹੋ ਜਿਹੇ ਗੁਣ ਆਪਣੇ ਜੀਵਨ ਵਿੱਚ ਬਣਾਉਣੇ। ਹਜ਼ੂਰ ਕਹਿਣ ਲੱਗੇ ਜਿਨ੍ਹਾਂ ਨੇ ਕੀਤਾ ਹੀ ਨਹੀਂ।
जिन्होंने नाम लिया ही नहीं, मैं तो भाई चोर कहना उन्होंने। ते तस्कर जो नाम ना लेवे, हुण दस भी तू मूर्ख है कि चोर। उदों मन नूं कहना पैंदा सच्चे पातशाह ये दोनों डिग्रियां मेरे वास्ते हैं। मैं मन गया भी मेरे वास्ते ही असंख मूर्ख अंध घोर, असंख चोर हराम खोर, असंख अमर कर जाहिं जोर। अणगिणत ऐसे ने जो इत्थे वधीकियां कर करके अपने जोर चला चला के तो चले जाते हैं राज कर करके। ये तो कोई गल की छुपी नहीं है। जिहदा दा चलदा है वो किसी नूं भी दब देंदा है। अपना उल्लू सीधा करने वास्ते आ पंजाब ने ते हुण पूरा संताप हटाया। तुसीं वेख ही लिया किन्ने किसानां नूं पूरे साल भर लगभग किहड़ियां हालातां विच रहना पिया। क्यों? असंख अमर कर जाहिं जोर है अणगिणत जिहड़ा अपना जोर कर करके दूजियां नूं परेशान कर करके दूजियां ते हुक्म चला चला के तो चले जाते हैं। मनुख का सुभाव है वधीकी करना दूजे दे उत्ते। तुसीं वेखो कई बारी बड़ा हैरान हो जाइदा। एक छोटा जिहा बच्चा ना वो जांदा होवे बाजार विच ते अपनी मां नूं कहिंदा कि मैनूं आह चॉकलेट लैके दे। हुण मां नूं पता है तो सवेरे खा के आया दंद खराब हो जाणगे। वो कहंदी नहीं देना तैनूं। वो एक दो बार फिर कहता है, मां झिड़क देंदी है। हुण बच्चे नूं पता भी जे इत्थे लिटर लग पिया ना बाजार दे विच ही ते मेरी मां नूं पता लगना मेरी बेइज्जती हो रही है, आपे चॉकलेट ले लेंदे। कई बच्चे पैंतरा करते ने उत्थे ही लिट जाणगे, इन्ने ढीठ बन जाणगे कि मां नूं उन्हां दी गल मननी पैंदी है। ये भी वधीकी है। साडे अंदर इहो जिहा सुभाव है, असीं अपनी जिद पकाउंदे आ। बच्चे बचपन तो ही शुरू हो जाता काम साडे अंदर। एक गल होर चेते रखना, ये मत समझना भी कोई ज्यादा अमीर बंदा ही वधीकी करदा किसी उत्ते ना। कई बार जी लगता भी आह तां चपड़ासी है, इहने विचारे ने वधीकी की करनी है, ये तो सलाम ही करी जांदा। जिहड़ा भी अगे आउंदा उहनूं सलूट मारदा है, पानी पिआउंदा है, इहने विचारे वधीकी की करनी है। पर दूजा नाल कहंदा ना ना तू रहण दे, मेरे तो पुछ। ये भी बड़ा है वधीकी करन लग। की होया? एक टेबल तो दूजी टेबल ते फाइल पहुंचनी सी, चुक के नहीं रखनी सी। किन्ने दिन गेड़े लगाए ते गल नहीं बनी। मैनूं कहा भाई मेरी फाइल ही चुक के उत्थे रख दे। वो कहने लगा पहुंच जाएगी। नाल इशारा करता भी लियाओ 2 पैसे 4 पैसे दिओ। ਇਹਦਾ मतलब जिहदी जिथे चलती है उत्थे चला जाता है। हजूर कहने लगे अणगिणत ऐसे ने जो इदां जोर दे नाल वधीकियां कर करके इस संसार विचों चले जाते हैं। तू देख भी किते तू भी इहो जिहा ते नहीं जीवन ते मिलिया। मैनूं कह लैण देना, नूं दी कई बारी जोर चले ना वो बजुर्गों ते वधीकी कर जाती। मैं नहीं रहना इन्हां दे नाल, मेरे तो नहीं रोटी दिती जाती इन्हां नूं। है ना कई घरां च ड्रामा। ਉਹਦਾ कारण की है? सतगुरु जी ने इस करके कहना पिया ना, ये हालात शुरू तो ही है। कई बच्चे अपने बुजुर्गों की सेवा करके राजी नहीं है। मेरे मालिक को कहना पिया ससुर सुइया किव करी। ससुर मैंने रानी सिहारी पई हुई सस नूं पालना, सुइया मैंने झुक के प्रणाम करना। ससुर सुइया किव करी, निवण ना जाए थणी। साडे तो नहीं झुकिया जाता। अपने माण विच अपने जवानी के हंकार विच जदों ये नूं धी कह दे तो सब सच जानना ये असंख अमर कर जाहिं जोर की पंक्ति उन्हां उत्ते ही ढुकदी है। जे किते सस अंगूठा दे रखी तू ही नहीं लैके आई, तू ही नहीं कीता, ते फिर ये असंख अमर कर जाहिं जोर की पंक्ति उहदे ते भी ढुकदी है। जे एक भरा अपनी हैसियत करके भी चलो सरपंच बन गया हो जां लंबड़दार बन गया जां कुछ होर पैसे चार हो गए, अपने दूजे भरा नूं दबाई जाए, ये पंक्ति उहदे उत्ते भी ढुकदी है। याद रखना ये तो कोई बिरला ही परिवार है जिहड़ा अपने बुजुर्गों की साਂਭ संभाल प्यार दे नाल करदा है। देखो हालात कुछ भी हो सकते हैं। अज शरीर चलदा फिरदा है, कल दा कोई पता
कोई पता है? मेरे मालिक ने पता नहीं किहड़ी नर बंद कर देनी है, किसी दा हथ रुक जाना, किसी दी बांह रुक सकती है, लत्त रुक सकती है, पैरालाइज हो सकता है। हुण उस वेले जिन्हां ने अपने बजुर्गां नूं भार नहीं समझिया, ये सोचिया भी असीं भी किसी वेले इस अवस्था विचों निकल चुके हैं, भावें हालात वखरे सन, जिन्हों बचपन कह दिता जाता सी। उदों मैं किहड़ा खा सकदा सी आप, उदों मैं थोड़ा पी सकदा सी आप, उदों मैं थोड़ा घूम सकदा सी आप, उदों भी तो मैं अपनी गंदगी विच आप ही पिया रहिंदा सी ना। वो तो मेरी मां ने, मेरी दादी ने, वड्डे वडेरियां नहीं सांभिया ना उस वेले, मैनूं साफ कीता, चुकिया। मैं कर्जा ते नहीं ला सकदा उन्हां दा, पर हुण मेरा फर्ज है, जे बे हुण साडे बजुर्ग किसे कारण करके मंजे ते है ना, हुण मेरा ये फर्ज है। जे उस वेले मत्थे ते वट पा लवे कोई, फिर ये पंक्ति ओहदे ते भी लागू होंदी है, असंख अमर कर जाहे जोर, वे हुण साडे विच जोर है, इस करके वधीकियां करके चल जाना। सतगुर कहंदे हुण तू अपने अंदर वेख, किते तेरे अंदर भी ये सुभाव ते नहीं है। तुसीं अपना सोचो, मैं तो अपनी गल इस करके करदा ताकि किसी नूं ये ना लगे भी सानूं सुणाउंदा, मैं तां अपनी गल करदा। साडे वर्गा बंदा भी जाके ना जी असीं अगे जाना है, भी सानूं हुणे लवा दिओ तुसीं टाइम, साडे कोल टाइम नहीं हैगा। सारी एडजस्टमेंट उन्हां दी खत्म कर दिंदा जिहड़ा स्टेज सैकटरी हुंदा जाके। ये भी वधीकी है, ये भी जोर ही है भी जे किसी दा नां चल गया, उन्हें अपना काम करवा जाना जाके। हजूर कहन लगे मैं सारिਆਂ ਨੂੰ इस कैटागरी दे विच रखदा है। सतगुर कहन लगे देख किते मनुखा जीवन प्राप्त करके तू इहो जी श्रेणी विच ते नहीं, फिर सानू कहना बनता है सच्चे पातशाह हाँ असीं वधीकियां करदे आ रहे हैं, असंख अमर कर जान जोर, पर नाल ही पिछाल वाली सच्चे पातशाह अगली गल साडे वास्ते नहीं हैगी। असंख गल वड हत्या कमाहे, असीं नहीं किसी दा गला वड्ढिया, असीं नहीं हत्या करदे। देखो दो प्रकार के संसार च जीव ने, एक वो जिहड़े मांस साधक खा भी सकते होणगे, एक वो जिहड़े नहीं खांदे। हुण जिहड़े नहीं खांदे वो ते पूरे जोश नाल ही कहणगे ना ये गल। देखो जी असीं ते कोई गला नहीं वड्ढदे, सगों तो उंगलां करनगे दूजियां दे वाल, वो है वो गला वड्ढण वाले है, उन्हां दी रोटी नहीं हजम होंदी जद तक किते गर्दन ना वड्ढण होवे। असीं नहीं सच्चे पातशाह, बाकी सारियां गल्लां तुहाडियां मन्नियां भी, मूर्ख भी मैं हाँ, चोर भी मैं हाँ, मैं वधीकियां करन वाला भी हाँ, पर गला वड्ढण वाले नहीं असीं लगे। असीं ते वैष्णो हाँ, असीं नहीं मनदे ना अपने आप नूं गला वड्ढण वाले। ते भावें आल आउट राती ला के ते मच्छरां दा ढेर मार लईए असीं रात नूं, तां भी नहीं असीं मनदे। ये तो कुदरती है जी, की करिए। तुरन लगियां कई जीव मरदे हैं, साह लैण लगियां कई जीव मरदे हैं। आ पढ़ाई लिखाई दी दुनिया दे विच दही दे विच किन्ने बैक्टीरिया हुंदे आ, अज विखाए जांदे ने, आपां खांदे हैं सारे। पर फिर कहने भी सच्चे पातशाह इत्थे कुदरती है, तुरना तो पैना ही, साह ते लैना ही पैना है, इस करके साडा दोष इहदे विच नहीं है, आपां गला वड्ढण वाले नहीं हैगे। हजूर कहने लगे हैगा सच्चे पातशाह मैं गला वड्ढिया किस दा? हजूर कहने लगे तू अपना गला वड्ढिया, अपने अमोलक जन्म का गला वड्ढण वाला है तू। मानस जन्म अमोलक पायो, इहनूं बर्बाद करके रख दिता तू। मनमुख अंधे सुध ना काई, आत्म घाती है जगत का साई। तू ते अपने आत्मिक जीवन का घात करने वाला कसाई है तू। असीं रोज पढ़ते हैं ना, मन एक ना चेतस मूड़ मना, हर बिसरत तेरे गुण गलिया। असीं अपने गुणां नूं गालण वाले नहीं हैगे, फिर कातल है ना, अपने गुणां दे कातल असीं लोग। हजूर कहण लगे ध्यान दे नाल सोच, तू ते ओदा गला वड़ दिता। आ मनुखा जन्म इस देही को सिमरै देव, तू ओदा कातल है। इस जुबान दे नाल किसी मझ गां ने सुखमनी साहिब दा पाठ पढ़ना, किसी मझ गां ने इत्थे आके जपजी साहिब दा पाठ करना, मनुख नहीं करना। इहदे कोल ताकत है, इहदे कोल ही समझ है ना।
ਜੇ ਕਿਤੇ ਟੇਪ ਲਗਾ ਕੇ ਉਹਦੇ ਕੰਨਾਂ ਦੇ ਕੋਲ ਸੁਣਾ ਵੀ ਦਿੱਤੀ ਬਾਣੀ, ਹੁਣ ਤਾਂ ਸਮਝ ਨਹੀਂ ਆਉਣਾ ਵਿੱਚ ਕੀ ਕਿਹਾ। ਸਾਨੂੰ ਤਾਂ ਸਮਝ ਆ ਸਕਦੀ ਹੈ ਨਾ, ਪਰ ਅਸੀਂ ਇਹਨਾਂ ਕੰਨਾਂ ਦਾ ਇਸਤੇਮਾਲ ਹੀ ਨਹੀਂ ਕੀਤਾ। ਧੰਨ ਗੁਰੂ ਅਮਰਦਾਸ ਸਾਹਿਬ ਰੋਜ਼ ਹੀ ਗੁਰਦੁਆਰਾ ਸਾਹਿਬ ਤੋਂ ਸੁਣਾਉਂਦੇ ਸਾਨੂੰ, ਇਹ ਸ਼ਰਵਣ ਹੋ ਮੇਰੇ ਹੋ ਸੱਚ ਹੈ ਸੁਣੈ ਨੂੰ ਪਠਾਏ, ਸੱਚ ਹੈ ਸੁਣੈ ਨੂੰ ਪਠਾਏ, ਸਰੀਰ ਲਾਏ। ਤੇ ਫਿਰ ਕਹਿਣਾ ਪਿਆਰਾਂ ਨੂੰ, ਹੈਗੇ ਤੇ ਹੈ ਤੇਰੇ ਕੋਲ ਕੰਨ, ਸਰੀਰ ਨਾਲ ਲੱਗੇ ਵੀ ਹੈਗੇ ਐ, ਪਰ ਜੋ ਸੁਣਨਾ ਚਾਹੀਦਾ ਤੂੰ ਸੁਣਦਾ। ਸੁਣੋ ਸਤਿਬਾਣੀ, ਆਹ ਸੁਣਨਾ ਸੀਗਾ। ਇਹਦਾ ਮਤਲਬ ਅਸੀਂ ਨਹੀਂ ਸੁਣਦੇ, ਤਾਂ ਹੀ ਮੇਰੇ ਮਾਲਕ ਨੇ ਕਿਹਾ ਨਾ ਸੁਣ। ਅਸੀਂ ਤੇ ਅਰਦਾਸ ਕਰੀਏ, ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਜਾਏ। ਤੇਰੇ ਤੋਂ ਟੁੱਟੇ ਹੋਏ ਗੀਤ, ਸਾਕਤ ਗੀਤ ਜੋ ਰੱਬ ਨਾਲੋਂ ਤੋੜ ਦੇਣ, ਉਹ ਨਾਦ ਉਹ ਧੁਨ ਜੋ ਰੱਬ ਨਾਲੋਂ ਹੀ ਤੋੜ ਦੇਵੇ। ਔਰ ਅੱਜ ਕੱਲ ਤੇ ਇਹ ਸਮੱਸਿਆ ਬੜੀ ਵੱਡੇ ਪੱਧਰ ਤੇ ਹੈ। ਅੱਗੇ ਤੇ ਚਲੋ ਟੈਲੀਵਿਜ਼ਨ ਕੋਲ ਜਾਵਾਂਗੇ, ਰੇਡੀਓ ਕੋਲ ਜਾਵਾਂਗੇ, ਤਾਂ ਕਿਤੇ ਜਾ ਕੇ ਉਹਨੂੰ ਔਨ ਕਰਾਂਗੇ। ਹੁਣ ਤੇ ਸਾਡੀ ਜੇਬ ਵਿੱਚ ਪਿਆ ਹੈ ਟੈਲੀਵਿਜ਼ਨ ਤੇ ਰੇਡੀਓ, ਮੋਬਾਈਲ ਦੇ ਰੂਪ ਵਿੱਚ। ਬਹੁਤ ਕੁਝ ਸੁਣ ਰਹੇ ਹਾਂ, ਪਰ ਸੁਣ ਕੀ ਰਹੇ ਹਾਂ? ਗੰਧਣ ਵੈਣ ਸੁਣੇ ਉਠਾਵੇਂ ਵਾਲੀ ਗੱਲ ਤੇ ਨਹੀਂ ਕਿਤੇ। ਜੋ ਗਲਤ ਮੰਨਤਾ ਉਹੀ ਸੁਣੀ ਜਾਈਏ। ਸਾਡੇ ਬੱਚਿਆਂ ਨੂੰ ਗੀਤ ਬਹੁਤ ਯਾਦ ਨੇ, ਤੇ ਜਦੋਂ ਆਪਾਂ ਇਤਿਹਾਸ ਦੀ ਕੋਈ ਗੱਲ ਪੁੱਛ ਲੈਂਦੇ ਆ ਉਹ ਨਹੀਂ ਯਾਦ। ਇਹਦਾ ਮਤਲਬ ਸਾਡੇ ਬੱਚਿਆਂ ਨੂੰ ਆਪਾਂ ਸੁਣਾ ਵੀ ਕੀ ਰਹੇ ਆ। ਹੁਣ ਇਸ ਗੱਲ ਨੂੰ ਸਮਝੀਏ, ਮੇਰੇ ਮਾਲਕ ਸਾਨੂੰ ਕੀ ਸਮਝਾ ਰਹੇ ਨੇ। ਉਹ ਕਹਿਣ ਲੱਗੇ, ਯਾਦ ਰੱਖ ਤੂੰ ਇੱਥੇ ਆਇਆ ਕਾਹਦੇ ਵਾਸਤੇ ਹੈ, ਪਰ ਤੂੰ ਕਰ ਕੀ ਰਿਹਾ ਹੈ? ਆਪਣੇ ਇਸ ਮਨੁੱਖਾ ਜੀਵਨ ਦਾ ਤੂੰ ਕਾਤਲ ਹੈ। ਸਾਡੇ ਵਿੱਚ ਕੋਈ ਵੀ ਐਸਾ ਨਹੀਂ ਹੈ ਜਿਹਦੇ ਕੋਲ ਜ਼ਮੀਨ ਨਾ ਹੋਵੇ। ਜਿੰਨੇ ਵੀ ਹੈਗੇ ਸਾਰਿਆਂ ਕੋਲ ਜ਼ਮੀਨ ਹੈ। ਹਾਂ, ਇਹ ਗੱਲ ਵੱਖਰੀ ਹੈ, ਪਤਾ ਨਾ ਹੋਵੇ, ਹੈਗੀ। ਸਾਰਿਆਂ ਦੇ ਕੋਲ ਖੇਤ ਹੈਗਾ, ਖੇਤ। ਸਾਰੇ ਕੁਛ ਨਾ ਕੁਝ ਬੀਜ ਵੀ ਰਹੇ ਆ ਉਹਦੇ ਵਿੱਚ, ਪਰ ਬੀਜ ਕੀ ਰਹੇ ਆ? ਅਸੀਂ ਪੜ੍ਹਦੇ ਹਾਂ, ਮਨ ਹਾਲੀ ਕਿਸਾਨੀ ਕਰਨੀ ਸ਼ਮ ਪਾਣੀ ਤਨ ਖੇਤ। ਆ ਤਨ ਰੂਪੀ ਖੇਤ ਸਾਰਿਆਂ ਕੋਲ ਹੈ, ਸਾਰਿਆਂ ਕੋਲ ਹੈ। ਤਨ ਸਾਰਿਆਂ ਕੋਲ ਹੈ, ਆ ਜ਼ਮੀਨ ਆ ਖੇਤ ਸਾਰਿਆਂ ਕੋਲ ਹੈ, ਪਰ ਇਹਦੇ ਵਿੱਚ ਬੀਜ ਕੀ ਰਹੇ ਆ? ਜੇ ਤੇ ਨਾਮ ਬੀਜਿਆ ਫਿਰ ਤਾਂ ਆਪਾਂ ਦੇ ਕਾਤਲ ਨਹੀਂ ਹੈਗੇ, ਕਿਉਂਕਿ ਜਿਸ ਜ਼ਮੀਨ 'ਚ ਕੁਝ ਬੀਜਣਾ ਹੀ ਨਹੀਂ। ਹੁਣ ਜ਼ਮੀਨ ਤੇ ਉਪਜਾਊ ਹੈ। ਮੇਰੇ ਮਾਲਕ ਦੇ ਦੇਖੋ ਕਿੰਨੇ ਪਿਆਰੇ ਬਚਨ ਨੇ। ਤੁਸੀਂ ਵੇਖੋ, ਜਿੰਨੀਆਂ ਵੀ ਇਹ ਜੂਨਾਂ ਨੇ ਨਾ, ਇਹ ਲਗਭਗ ਬੰਜਰ ਧਰਤੀਆਂ ਨੇ। ਬੰਜਰ ਧਰਤੀਆਂ ਨੇ, ਉਹਦੇ ਵਿੱਚ ਨਾਮ ਨਹੀਂ ਪੈਦਾ ਹੋਇਆ। ਪਰ ਮਨੁੱਖਾਸ਼ੀਲ ਬੰਜਰ ਧਰਤੀ ਨਹੀਂ ਹੈ। ਇਹਦੇ ਵਿੱਚ ਨਾਮ ਬੀਜਿਆ ਵੀ ਜਾ ਸਕਦਾ, ਇਹਦੇ ਵਿੱਚ ਨਾਮ ਦਾ ਬੀਜ ਅੰਕੁਰਿਤ ਵੀ ਹੋ ਸਕਦਾ। ਇਸ ਕਰਕੇ ਮੇਰੇ ਮਾਲਕ ਨੇ ਕਹਿ ਦਿੱਤਾ ਸੀ, ਇੱਕ ਨਾਮ ਬੋਵੋ। ਅਸੀਂ ਬੀਜਦੇ ਨਹੀਂ, ਬੀਜਣਾ ਇਹ 'ਚ ਪ੍ਰਭੂ ਦਾ ਨਾਮ ਬੀਜਣਾ ਹੈ। ਪਰ ਯਾਦ ਰੱਖਣਾ, ਬੱਦਲ ਵੀ ਚਾਹੀਦਾ, ਮੀਂਹ ਤੇ ਉਹ ਨਹੀਂ ਪਾਉਣਾ ਨਾ, ਪਾਉਣਾ ਨਾ ਉਸਨੇ। ਸੌਣ ਤੇ ਭਾਦੋਂ ਦੇ 2 ਮਹੀਨੇ ਜੇ ਕੱਢ ਦਈਏ 12 ਮਹੀਨਿਆਂ ਵਿੱਚੋਂ, ਪਿੱਛੇ ਕੀ ਬਚਦਾ ਦੱਸੋ? ਕੁਛ ਵੀ ਨਹੀਂ, ਕਿਉਂਕਿ ਮੀਂਹ ਤਾਂ ਉਹਨਾਂ 'ਚ ਹੀ ਪੈਣਾ। ਜੇ ਸੌਣ ਤੇ ਭਾਦੋਂ ਦੇ 2 ਮਹੀਨੇ ਕੱਢ ਦਈਏ, ਭਾਵ ਮੀਂਹਾਂ ਨੂੰ ਕੱਢ ਦਈਏ ਵਿੱਚੋਂ, ਤੇ ਬਾਕੀ ਕੀ ਬਚਦਾ ਹੈ? ਕੁਛ ਵੀ ਨਹੀਂ। ਬਾਕੀ ਤੇ ਕਾਲ, ਸੋਕਾ, ਬਿਮਾਰੀਆਂ, ਕੁਝ ਵੀ ਨਹੀਂ ਬਚਦਾ। ਇਸੇ ਤਰੀਕੇ ਨਾਲ ਜਿੰਨੀਆਂ ਵੀ ਜੂਨਾਂ ਜੋ 84 ਲੱਖ ਕਹੀਆਂ ਜਾਂਦੀਆਂ ਨੇ, ਜੇ ਆ ਮਨੁੱਖਾ ਸ਼ੀਰ ਕੱਢਦੀ ਇਹਦੇ ਵਿੱਚੋਂ, ਬਾਕੀਆਂ ਵਿੱਚ ਕੁਝ ਨਹੀਂ ਪੈਦਾ ਹੋਣਾ। ਬਾਕੀਆਂ ਵਿੱਚ ਕੁਝ ਨਹੀਂ ਪੈਦਾ ਹੋਣਾ। ਹਾਂ, ਇਹਦੇ ਵਿੱਚ ਪੈਦਾ ਹੋ ਸਕਦਾ। ਇਹਦੇ ਵਿੱਚ, ਇਹਦੇ ਲਈ ਸਾਨੂੰ ਅਰਦਾਸ ਕਰਨੀ ਪੈਣੀ ਗੁਰੂ ਦੇ ਅੱਗੇ। ਬੱਦਲ ਹੈ, ਗੁਰੂ ਨੂੰ ਆਵਾਜ਼ ਮਾਰਨੀ ਪੈਣੀ ਹੈ ਤੇ ਕਹਿਣਾ ਪਏਗਾ, ਬਰਸ ਮੇਘ ਜੀ ਤਿਲ ਬਿਲਮ ਨਾ ਲਾਓ। ਇਹ ਗੁਰੂ ਰੂਪੀ ਬੱਦਲ, ਤੂੰ ਵਸ ਪੈ ਇਸ ਸਰੀਰ ਦੇ ਵਿੱਚ, ਕਿਉਂਕਿ ਮੈਂ ਨਹੀਂ ਚਾਹੁੰਦਾ ਇਹਦਾ ਕਾਤਲ ਮੈਂ ਬਣ ਜਾਵਾਂ।
जिन्हां ने अरदास ना की गुरु दे अगे जाके सच्चे पातशाह तू रहमत करके वस, तेरी बाणी जिहड़ी हैगी आ मेरे कन्नां विच पवे, तेरी बाणी मेरी जुबान दे राही प्रगट होवे, तेरी बाणी मेरे हिरदे विच वसे, तेरी बाणी दे अनुसार मेरे हत्थ काम करन, तेरी बाणी दे अनुसार मेरे कदम तुरन। समझ लेना उन्होंने अपना मनुखा जीवन नूं कतल कर लिया। जिन्हां ने यह भावना नहीं रखी, कहना पेगा बरस मेघ जी तिल बिलम न लाओ, तिल मात्र भी देरी ना कर। क्यों? साह हुण हैगा, खबरे गलाउणा कि नहीं आउणा, ते तू देरी कर दित्ती, इधर ते काम गया। इस करके तिल मात्र भी तू देरी ना कर। कहना पेगा वरसो किरपा धार, वरसो किरपा धार, वरसो किरपा धार। हुण जिन्हें अपने जीवन विच गुरु दे अगे खड़ो के ये अरजोई कीती नहीं, कहा ही नहीं। देखो गुरु ने कोई कसर नहीं छड्डी। गुरु ते रोज आउंदा है समझाउण वास्ते, भई प्राप्त मानुख देहुरिया गोबिंद मिलन की, ए तेरी बंदिया अवर काज तेरा किते ना काम, मिल साध संगत भज केवल नाम। हुण गुरु ने ते कोई कसर नहीं छड्डी ना। गुरु ने कह भी दिता संजाम लाग। संजाम का मतलब है इंतजाम, इंतजाम विच लग। कदे सवेरे उठे आ, कदे नितनेम कीता, कदे सहज पाठ कीता, कदे सहज पाठ की विचार की, बैठ के अपने मन नाल गल की भी गुरु की कहते सन, मैं की कर रहा है, आग नहीं मैं काम करना, ये तो गलत है, ये तो गुरमत अनुसार नहीं है। हलो मैं निक्की जी गल कर लगे क्योंकि मृतक संस्कार के संबंध में बैठे हैं असीं। ये गल इत्थों ही इस स्टेज तो ही बहुत बारी कई विद्वान कह चुके होंगे, मुक्ति शरीर दे नाल कोई खास ढंग दे कर्म करन दे नाल नहीं है, जो तुसीं समझ बैठे भी मरण तो बाद पुत्र ने जे अग लाती शरीर नूं, चलो जी मुक्ति हो गई, कई तई मनी बैठे हैं ना, इह कोई मुक्ति नहीं है। जिहड़ा मर्जी मैनूं कह लैण देना, मैं माफी मंग के कहण लगा, तुसीं वेखो माता गुजर कौर जी शहीद होए तो की धन गुरु गोबिंद सिंह साहब जी ने उन्होंने शरीर में अग्नि भेंट की है। अभी तक कहते पुत्र अगर भेंट करे तां ही मुक्त होना है। देखो गल किधर जाती है। धन गुरु तेग बहादुर साहब जी शहीद होए, गुरु साहब को तो सीसी पहुंचे है ना, धाड़ता जिहड़ा है लक्खी शाह बनजारा जी ने संस्कार किया, फिर हुण इत्थे की कहोगे। सो थोड़ा जिहा आपां इतिहास तो भी सीखिए, गुरमत तो भी सीखिए। बहुत बार ये गल कही जा चुकी है भी ये वहम भरम नहीं है भी जे पुत ने अग्नि भेंट करनी है तां ही मुक्ति होनी है। कई पिछे डांग आके सिर ते मारदे, पटाका वजदा है तां कहंदे लै भी हुण जिहड़ा हैगा ठीक हो गया काम, कपाल क्रिया जी ना। जे कोई कहे भी हड्डियां खास थां ते पाइए, हरिद्वार पाइए जां कीरतपुर साहिब पाइए शायद तां ही मुक्ति होनी है, नहीं। घरों बाहर ले जान लगे पैर उधर नूं करो जी, या सिर उधर नूं करो जी, रौला पैंदा ना हर वारी। ऐदां कुछ नहीं होंदा, इहदे विच कुछ भी नहीं। मरण तो बाद साल बाद उन्हां दे नाम दे उत्ते श्राद्ध कराओ, पर आपां करवाउने भी नहीं बंदे। वो पंडितां नूं बुलाउंदे आ, साडे वर्गे भाईआं नूं बुला के छका दिंदे, गल तो उत्थे पहुंच जांदी। जां मरण तो बाद कोई भांडे दे दिंदा है, कोई रजाइयां तलाइयां दे दिंदा है भी शायद ये भी अगे जाएगा। हुण बहुत बारी इस स्टेज तो ये गल कही जा चुकी होवेगी भी नहीं, ये गुरमत नहीं है, इस तरह नहीं है, इदां कोई मुक्ति नहीं मिलती, इदां दा कोई सिद्धांत नहीं हैगा भी असीं कुछ करिए तो अगे कुछ पहुंच जाए। जिउंदियां जी मुक्त होण। इत्थे तो सतगुर कहंदे जी मरण तो बाद मुक्ति देनी है, तो फिर मुक्ति का करना की है। मूए हुए जो मुक्त हो गए दी गल है गुरबाणी में। जिउंदियां जी मुक्त होना विकारां तो, काम क्रोध लोभ मोह
अहंकार, ईर्खा, द्वेष, निंदिया, चुगली, भ्रष्टाचारी, मेर तेर, ਇਹਦੇ ਤੋਂ ਮੁਕਤ ਹੋ ਜਾਣਾ, ਵਿਕਾਰਾਂ ਤੋਂ ਮੁਕਤ ਹੋ ਜਾਣਾ ਜਿਉਂਦਿਆਂ ਜੀ ਫੇਰ ਹੈ। ਤੇ ਹਜ਼ੂਰ ਕਹਿਣ ਲੱਗੇ ਜਿਨ੍ਹਾਂ ਨੇ ਇਸ ਤਰੀਕੇ ਨਾਲ ਆਪਣਾ ਮਨੁੱਖਾ ਜੀਵਨ ਨਹੀਂ ਜੀਵਿਆ ਉਹ ਆਪਣੇ ਹੀ ਮਨੁੱਖਾ ਜੀਵਨ ਦੇ ਕਾਤਲ ਹਨ। ਮਨਮੁਖ ਅੰਧੇ ਸੁਧ ਨਾ ਕਾਈ, ਆਤਮ ਘਾਤੀ ਹੈ ਜਗਤ ਕਸਾਈ। ਮੇਰੇ ਮਾਲਕ ਕਹਿਣ ਲੱਗੇ ਹੁਣ ਦੱਸ ਵੀ ਅਸੰਖ ਗਲਵੜ ਹੱਤਿਆ ਕਮਾਹੇ ਵਿੱਚ ਤੇਰਾ ਨਾਂ ਲਿਖਾਂ ਕਿ ਨਾ ਲਿਖਾਂ। ਹੁਣ ਕਹਿਣਾ ਪਏਗਾ ਸੱਚੇ ਪਾਤਸ਼ਾਹ ਲਿਖ ਲਓ ਤੁਸੀਂ, ਕਿਉਂਕਿ ਅਸੀਂ ਵੀ ਇਹੋ ਜਿਹੇ ਕੰਮ ਕਰ ਰਹੇ ਹਾਂ, ਆਪਣੇ ਗੁਣਾਂ ਨੂੰ ਗਾ ਲੈ ਰਹੇ ਹਾਂ। ਅਸੰਖ ਪਾਪੀ ਪਾਪ ਕਰ ਜਾਹੇ। ਹੁਣ ਜਦੋਂ ਬਹੁਤੀਆਂ ਡਿਗਦੀਆਂ ਮਿਲ ਗਈਆਂ ਹੋਣ ਫਿਰ ਮਨ ਨਹੀਂ ਅੱਗੇ ਬੋਲਦਾ, ਉਹਨੂੰ ਪਤਾ ਵੀ ਅਗਲੀ ਗੱਲ ਵੀ ਮੇਰੇ ਤੇ ਢੁਕਣੀ ਹੈ। ਫਿਰ ਤਾਂ ਬੇਨਤੀ ਕੀਤੀ ਜਾ ਸਕਦੀ ਹੈ ਸੱਚੇ ਪਾਤਸ਼ਾਹ ਹੁਣ ਤੁਸੀਂ ਕਿਰਪਾ ਕਰ ਦਿਓ, ਤੁਸੀਂ ਉਹ ਸਮਝਾ ਦਿਓ, ਕਿਉਂਕਿ ਅਸੀਂ ਤੇ ਕੁਝ ਹੋਰ ਹੀ ਸਮਝੀ ਜਾਂਦੇ ਸੀਗੇ। ਅੱਜ ਸਮਝ ਆਇਆ ਮੂਰਖ ਕੌਣ ਹੈ, ਚੋਰ ਕੌਣ ਹੈ, ਵਧੀਕੀਆਂ ਕਰਨ ਵਾਲਾ ਕੌਣ ਹੈ, ਗਲਾ ਵੱਢਣ ਵਾਲਾ ਕੌਣ ਹੈ। ਅੱਜ ਪਤਾ ਲੱਗਿਆ। ਹੁਣ ਤੁਸੀਂ ਕਿਰਪਾ ਕਰੋ, ਤੁਸੀਂ ਉਹ ਦੱਸ ਦਿਓ ਪਾਪੀ ਕਿਹਨੂੰ ਹੈ, ਕਿਉਂਕਿ ਸਾਡੇ ਵਰਗੇ ਤਾਂ ਬਿੱਲੀ ਮਰ ਗਈ ਅਸੀਂ ਕਹਿੰਦੇ ਪਾਪ ਹੋ ਗਏ। ਸਾਡੀ ਤਾਂ ਸੁਰਤ ਇੱਥੇ ਤੱਕ ਹੀ ਖੜੀ ਹੈ, ਪੈਰ ਹੇਠ ਕੀੜੀ ਆ ਕੇ ਮਰ ਗਏ ਅਸੀਂ ਕਹਿੰਦੇ ਪਾਪ ਹੋ ਗਏ। ਅਸੀਂ ਤੇ ਇੱਥੋਂ ਤੱਕ ਹੀ ਆ ਵੀ ਮੱਛੀਆਂ ਨੂੰ ਜਾ ਕੇ ਆਟਾ ਪਾਤਾ ਚਲੋ ਜੀ ਪੁੰਨ ਹੋ ਗਿਆ, ਕੀੜਿਆਂ ਦੇ ਭੌਣ ਵਿੱਚ ਜਾ ਕੇ ਚੀਨੀ ਪਾਤੀ ਚਲੋ ਜੀ ਪੁੰਨ ਹੋ ਗਿਆ। ਇੱਕ ਮਨੁੱਖ ਉਹਨੇ ਹੱਥ ਦੇ ਵਿੱਚ ਚੁੱਕਿਆ ਹੋਇਆ ਕੋਈ ਖਾਣ ਪੀਣ ਦਾ ਪਦਾਰਥ ਤੇ ਉਡੀਕ ਰਿਹਾ, ਉਹਨੂੰ ਪੁੱਛਿਆ ਵੀ ਇਹ ਕੀ, ਕਹਿੰਦੇ ਕੁੱਤੇ ਨੂੰ ਪਾਉਣਾ ਹੈ। ਪਾ ਦੇ ਕੁੱਤਾ ਤੇਰੇ ਕੋਲ ਹੈ, ਕਹਿੰਦੇ ਨਹੀਂ ਕਾਲੇ ਕੁੱਤੇ ਨੂੰ ਪਾਉਣਾ। ਹੁਣ ਖਾਸ ਰੰਗ ਦੇ ਕੁੱਤੇ ਨੂੰ ਪਾ ਕੇ ਮਨੁੱਖ ਪੁੰਨ ਸਮਝੀ ਬੈਠਾ। ਸਾਡੀ ਤੇ ਬਿਰਤੀ ਇੱਥੇ ਹੀ ਖੜੀ ਹੈ ਵੀ ਇਹੋ ਜਿਹੇ ਪਾਪ ਪੁੰਨ ਵਿੱਚ ਅਸੀਂ ਉਲਝੇ ਫਿਰਦੇ ਹਾਂ। ਤੁਸੀਂ ਦੱਸੋ ਪਾਪੀ ਕੌਣ ਹੈ। ਹਜ਼ੂਰ ਕਹਿਣ ਲੱਗੇ ਆ ਤੈਨੂੰ ਮੈਂ ਦੱਸਾਂ ਪਾਪੀ ਦੀਆਂ ਕੁਝ ਨਿਸ਼ਾਨੀਆਂ ਹੈ, ਤੂੰ ਦੇਖ ਕਿ ਤੇਰੇ ਅੰਦਰ ਨਿਸ਼ਾਨੀ ਤੇ ਨਹੀਂ ਹੈ, ਜੇ ਹੈ ਤੇ ਫਿਰ ਦੂਰ ਕਰ ਇਸ ਨੂੰ। ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ। ਪਾਪੀ ਉਹ ਹੈ ਜਿਹਨੂੰ ਰੱਬ ਦੀ ਭਗਤੀ ਚੰਗੀ ਉਹ ਨਹੀਂ ਲੱਗਦੀ, ਚੰਗੀ ਹੀ ਨਹੀਂ ਲੱਗਦੀ। 3 ਘੰਟੇ ਪਿਕਚਰ ਦੇਖਣੀ ਕੋਈ ਗੱਲ ਨਹੀਂ, ਹੱਸਦੇ ਹੋਏ ਬੰਦੇ ਆਉਣਗੇ, ਸਮੇਂ ਦਾ ਪਤਾ ਹੀ ਨਹੀਂ ਜੀ ਲੱਗਾ, ਬੜੀ ਵਧੀਆ ਸੀ। ਨਾਟਕ ਚੇਟਕ ਵੇਖਦੇ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ, ਅਸੀਂ ਸੋਫੇ ਤੋੜ ਦਿੰਦੇ ਆਪਣੇ ਘਰਾਂ ਦੇ। ਪਰ ਮੈਨੂੰ ਕਹਿ ਲੈਣ ਦਾ ਕਈ ਵਾਰੀ ਘਰ ਦੇ ਵਿੱਚ ਉਸੇ ਟੈਲੀਵਿਜ਼ਨ ਦੇ ਵਿੱਚ ਜਦੋਂ ਦਰਬਾਰ ਸਾਹਿਬ ਤੋਂ ਸੋਦਰ ਬਾਣੀ ਦਾ ਪਾਠ ਲੱਗਦਾ ਹੈ, ਇੱਕ ਇੱਕ ਕਰਕੇ ਬੰਦੇ ਖਿਸਕਣੇ ਸ਼ੁਰੂ ਹੋ ਜਾਂਦੇ, ਮੋਬਾਈਲ ਚੁੱਕ ਕੇ ਉਧਰ ਵੜ ਗਿਆ, ਉਧਰ ਚਲ ਗਿਆ। ਕਈ ਵਾਰ ਕਮਰੇ 'ਚ ਖਾਲੀ ਉਹ ਟੀਵੀ ਚੱਲੀ ਜਾਂਦਾ, ਕੋਈ ਸੁਣਦਾ ਹੀ ਨਹੀਂ। ਇਹਦਾ ਮਤਲਬ ਉਹ ਬਾਣੀ ਭਾ ਹੀ ਨਹੀਂ ਰਹੀ ਸਾਡੇ ਵਰਗਿਆਂ। ਹਜ਼ੂਰ ਕਹਿੰਦੇ ਪਾਪੀਆਂ ਦੀ ਨਿਸ਼ਾਨੀ ਹੈ। ਸੰਗਤ 'ਚ ਬੈਠਣ ਲੱਗਿਆਂ ਮੇਰੇ ਵਰਗੇ ਨੂੰ ਉਬਾਸੀਆਂ ਜ਼ਿਆਦਾ ਆਉਂਦੀਆਂ, ਘੜੀ ਮੁਰੀ ਘੜੀ ਵੱਲ ਸਾਡਾ ਧਿਆਨ ਜਾਂਦਾ ਹੈ ਵੀ ਇਹ ਬਾਬੇ ਨੇ ਨਹੀਂ ਹਟਣਾ ਹੁਣ ਮੈਨੂੰ ਲੱਗਦਾ। ਕਈ ਵਾਰ ਇਹ ਜਿਹੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਆ, ਕਿਉਂ ਸਾਨੂੰ ਗੱਲ ਭਾ ਨਹੀਂ ਰਹੀ, ਚੰਗੀ ਨਹੀਂ ਲੱਗਦੀ। ਅਸੀਂ ਕਾਹਲ ਕਰਦੇ ਆ ਵੀ ਹੋ ਜਾਏ ਖਤਮ ਇਹ ਸਾਰਾ ਕੁਝ। ਤੁਸੀਂ ਵੇਖੋ ਕਿਧਰੇ ਵੀ ਜਾਣਾ ਹੋਵੇ, ਕੋਈ ਵੀ ਨਾਟਕ ਚੇਟਕ ਦੀ ਗੱਲ ਹੋਵੇ, ਅਸੀਂ ਪੁੱਛਦੇ ਹਾਂ ਵੀ ਇਹ ਪ੍ਰੋਗਰਾਮ ਸ਼ੁਰੂ ਕਦੋਂ ਹੋਣਾ ਹੈ। ਇੱਥੇ ਕੋਈ ਸਰਕਸ ਆ ਜਾਏ, ਇੱਥੇ ਕੋਈ ਜਾਦੂਗਰੀ ਦਾ ਕੋਈ ਆ ਜਾਏ, ਅਸੀਂ ਪੁੱਛਾਂਗੇ ਸ਼ੁਰੂ ਕਦੋਂ ਕਰਨਾ ਹੈ। ਤੇ ਜਦੋਂ ਕੋਈ ਗੁਰਮਤਿ ਸਮਾਗਮ ਹੋਏਗਾ, ਮੇਰੇ ਵਰਗਾ ਪੁੱਛਦਾ ਬੰਦਾ ਵੀ ਲੰਗਰ ਕਦੋਂ ਹੈ, ਭੋਗ ਕਦੋਂ ਪੈਣਾ ਬਾਅਦ। ਪਹਿਲੇ ਸ਼ਟਲ ਜਿਹਾ ਕੀਤਾ ਵੀ ਭੋਗ ਇੰਨੇ ਵਜੇ ਆ, ਅੱਧਾ ਕੁ ਘੰਟਾ ਅਸੀਂ ਪਹਿਲਾਂ ਪਹੁੰਚਾਂਗੇ, ਚਲ ਦੋਵੇਂ ਕੰਮ ਹੋ ਜਾਣਗੇ। ਅਸੀਂ ਸ਼ੁਰੂ ਤੋਂ ਪਹੁੰਚਣ ਦੀ ਸੋਚ ਕਿਉਂ ਨਹੀਂ ਲਿਆ ਪਾ ਰਹੇ। ਮੈਂ ਕਿੰਤੂ ਨਹੀਂ ਕਰ ਰਿਹਾ, ਮੈਂ ਵੀ ਪਿੱਛੇ ਸ਼ਾਮਲ ਆ ਉਹਦੇ ਵਿੱਚ। ਉਹਦਾ ਕਾਰਨ ਹੈ ਕਿ ਸਾਨੂੰ ਹਲੇ ਦਿਲੋਂ ਚੰਗਾ ਨਹੀਂ ਲੱਗ ਰਿਹਾ। ਜਿਹਦੇ ਚੰਗਾ ਲੱਗਣ ਲੱਗ ਪਿਆ ਨਾ, ਉੱਥੇ ਫਿਰ ਤਾਂ ਇੱਕ ਘੜੀ ਨਾ ਮਿਲਦੇ ਤਾਂ ਕਲਯੁਗ ਹੁੰਦਾ, ਫਿਰ ਤਾਂ ਬੰਦਾ ਭੱਜਿਆ ਜਾਂਦਾ ਉੱਥੇ। ਇੱਥੇ ਤਾਂ ਹੁਣ ਮੇਰੇ ਵਰਗਿਆਂ ਦੀ ਹਾਲਤ ਇਹ ਹੈ, ਨਾਮ ਸੁਨਤ ਜਨ ਬਿਛੂ ਡਸਾਨਾ। ਜਿਵੇਂ ਕਿਤੇ ਬਿੱਛੂ ਨੇ ਡੰਗ ਨਹੀਂ ਮਾਰ ਦਿੱਤਾ ਹੋਵੇ ਉਵੇਂ ਲੱਗਦਾ ਹੈ। ਤੁਸੀਂ ਕਦੇ ਐਕਸਪੈਰੀਮੈਂਟ ਕਰਕੇ ਵੇਖ ਲੈਣਾ, ਜੇ ਕਿਸ ਨੇ ਅੰਮ੍ਰਿਤਪਾਨ ਨਹੀਂ ਕੀਤਾ, ਜਾਂ ਉਹ ਨਿਤਨੇ ਬਾਣੀਆਂ ਦਾ ਪਾਠ ਨਹੀਂ ਕਰਦਾ, ਜਾਂ ਉਹ ਨਿਤਾ ਪ੍ਰਤੀ ਗੁਰਦੁਆਰਾ ਸਾਹਿਬ ਨਹੀਂ ਜਾਂਦਾ, ਉਹ ਤੁਸੀਂ ਬੇਨਤੀ ਕਰਨੀ ਹੈ ਬਸ, ਭਾਈ ਸਾਹਿਬ ਜੀ ਅੰਮ੍ਰਿਤਪਾਨ ਕਰ ਲਓ, ਭਾਈ ਸਾਹਿਬ ਗੁਰਦੁਆਰਾ ਸਾਹਿਬ ਆਇਆ ਕਰੋ, ਬਸ ਇੰਨੀ ਕਹਿਣਾ ਹੈ। ਮਾੜੀ ਗੱਲ ਤੇ ਨਹੀਂ। 2 ਦਿਨਾਂ ਬਾਅਦ ਫਿਰ ਮਿਲ ਪਏ, ਫਿਰ ਕਹਿ ਦਿਓ
2 ਕੁ ਦਿਨਾਂ ਬਾਅਦ ਫਿਰ ਮਿਲ ਪਏ, ਕਹਿ ਦਿਓ ਚੌਥੀ ਕੁ ਵਾਰੀ ਨਾ ਉਹ ਤੁਹਾਡੇ ਉੱਤੇ ਟੁੱਟ ਕੇ ਪੈ ਗਿਆ ਵੀ ਤੈਨੂੰ ਮੈਂ ਹੀ ਲੱਭਾ, ਜਾਂ ਮੈਂ ਨਹੀਂ ਸਕਦਾ, ਕੀ ਕਰ ਲੇਗਾ ਤੂੰ? ਹੈ ਨਾ ਨਾਮ ਸਮਝਣ ਪਿੱਛੂ ਦਸਾਨਾਂ ਦੀ ਗੱਲ। ਅਸੀਂ ਤੇ ਬਾਰ-ਬਾਰ ਸੁਣ ਵੀ ਨਹੀਂ ਸਕਦੇ। ਇਸੇ ਕਰਕੇ ਕਿ ਸਿਆਣੇ ਕਹਿੰਦੇ ਐ, ਕਈ ਵਾਰੀ ਮਨੁੱਖ ਕਹਿੰਦੇ ਜੀ ਫਲਾਣੇ ਬੰਦੇ ਨੇ ਬੜਾ ਤੰਗ ਕੀਤਾ ਹੈ, ਉਹ ਆ ਕੇ ਬਹਿ ਜਾਂਦਾ, ਉੱਠ ਕੇ ਜਾਂਦਾ ਹੀ ਨਹੀਂ, ਅਸੀਂ ਕੰਮ ਕਰਨਾ ਹੁੰਦਾ ਹੈ। ਉਹ ਕਹਿੰਦੇ ਤਾਂ ਕੰਮ ਹੀ ਬੜਾ ਸੌਖਾ ਹੈ। ਹੁਣ ਤੇਰੇ ਘਰ ਆਵੇ ਨਾ, ਉਹਨੂੰ ਕਹਿ ਵੀ ਚੰਗਾ ਤੂੰ ਆ ਗਿਆ, ਮੈਂ ਬੰਦਾ ਕੋਈ ਲੱਭਦਾ ਸੀ, ਵੀ ਮਿਲ ਕੇ ਪਾਠ ਕਰੀਏ, ਕੋਈ ਬਾਣੀ ਦਾ ਪਾਠ ਸ਼ੁਰੂ ਕਰਨੀ, ਆ ਮਿਲ ਕੇ ਕਰੀਏ। ਹੋ ਸਕਦਾ ਪਹਿਲੇ ਦਿਨ ਪੂਰੀ ਕਰ ਜਾਏ ਨਾਲ, ਫਿਰ ਆਵੇ ਨਾ ਦੂਜੇ ਦਿਨ, ਤੁਸੀਂ ਕਹਿ ਦਿਓ ਬੜਾ ਆਨੰਦ ਬਣਿਆ ਸੀ ਤੇਰੇ ਨਾਲ ਪਾਠ ਕਰਨਾ, ਆ ਫਿਰ ਕਰੀਏ। ਉਹ ਕਹਿ ਦੇਗਾ ਨਹੀਂ ਨਹੀਂ ਮੈਂ ਤੇ ਵੈਸੇ ਹੀ ਆਇਆ ਸੀ ਇੱਧਰੋਂ ਵੀ ਚੱਲ ਮੈਂ ਫਤਿਹ ਬੁਲਾ ਜਾ, ਰੁਕੇਗਾ ਨਹੀਂ ਛੇਤੀ ਛੇਤੀ। ਜੇ ਦੂਜੀ ਕੁ ਵਾਰ ਰੁਕਿਆ, ਤੀਜੀ ਵਾਰੀ ਤੁਸੀਂ ਕਹੋ ਨੇ ਤੁਹਾਡੇ ਘਰ ਆਉਣਾ ਹੀ ਬੰਦ ਕਰ ਦੇਣਾ ਵੀ ਇਹ ਤੇ ਪਾਠ ਹੀ ਕਰਾਈ ਜਾਂਦਾ ਸਾਡੇ। ਹੁਣ ਜੇ